ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੀ ਗੱਲ ਕਰਦੇ ਹਾਂ। ਤਾਂ ਜੇ ਆਪਾਂ ਦੇਖੀਏ, ਕਹਿੰਦਾ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਅਤੇ ਅੱਜ ਮਾਰਕੀਟ ਪ੍ਰਾਈਸ ਡੋਮੈਸਟਿਕ, ਕਹਿੰਦਾ ਡੋਮੈਸਟਿਕ ਪ੍ਰੋਡਕਟ ਆ ਜਿਹੜਾ ਮਾਰਕੀਟ ਪ੍ਰਾਈਸ 'ਤੇ ਅਤੇ ਡੋਮੈਸਟਿਕ ਪ੍ਰੋਡਕਟ ਫੈਕਟਰ ਕੋਸਟ 'ਤੇ ਕੋਈ ਵੀ ਡਿਫਰੈਂਸ ਨਹੀਂ ਹੈਗਾ ਫਿਲਹਾਲ, ਜਿੰਨਾ ਚਿਰ ਅਸੀਂ ਇਹਨੂੰ ਟੂ ਸੈਕਟਰ ਇਕਨੋਮੀ 'ਚ ਕੰਸੀਡਰ ਕਰੀਏ। ਟੂ ਸੈਕਟਰ ਇਕਨੋਮੀ 'ਚ ਕੀ ਹੁੰਦਾ, ਇੱਕ ਤਾਂ ਪ੍ਰੋਡਿਊਸਰ ਹੁੰਦਾ, ਇੱਕ ਹਾਊਸ ਹੋਲਡ ਹੁੰਦਾ। ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਜਿੰਨਾ ਚਿਰ ਤੁਸੀਂ ਗੌਰਮੈਂਟ ਨੂੰ ਨਹੀਂ ਨਾ ਵਿੱਚ ਲਿਆ ਰਹੇ, ਉਹਨਾਂ ਚਿਰ ਕੋਈ ਫਰਕ ਨਹੀਂ। ਤਾਂ ਗੌਰਮੈਂਟ ਆ ਗਈ, ਇਹ ਤੀਜਾ ਸੈਕਟਰ ਹੈ, ਕਿਉਂਕਿ ਗੌਰਮੈਂਟ ਜਦੋਂ ਆਊਗੀ ਇਹ ਉਹਨਾਂ ਚੀਜ਼ਾਂ ਦੇ ਉੱਤੇ ਟੈਕਸ ਲਾਊਗੀ। ਇਹ ਕਈ ਵਾਰੀ ਉਹ ਚੀਜ਼ ਖਰੀਦਣ ਵਾਸਤੇ ਆਪਾਂ ਨੂੰ ਸਬਸਿਡੀ ਦੇ ਦਊਗੀ। ਇਹਨਾਂ ਨਾਲ ਫਰਕ ਪੈ ਗਿਆ, ਇਹਨਾਂ ਨਾਲ ਫਰਕ ਪੈ ਗਿਆ। ਫਰਕ ਕੀ ਪੈ ਗਿਆ, ਤਾਂ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਨੈੱਟ ਕੱਢਣਾ ਹੁੰਦਾ। ਨੈੱਟ ਕੱਢਣ ਵਾਸਤੇ ਤੁਸੀਂ ਕੀ ਕਰਦੇ ਹੋ, ਤੁਸੀਂ ਸਬਸਿਡੀਜ਼ ਦੇ ਵਿੱਚੋਂ ਟੈਕਸ ਘਟਾ ਦਿੰਦੇ ਹੋ। ਸਬਸਿਡੀਜ਼ ਦੇ ਵਿੱਚੋਂ ਟੈਕਸ ਘਟਾ ਦਿੰਦੇ, ਨੈੱਟ ਆ ਜਾਂਦਾ। ਕੀ ਆ ਜਾਂਦਾ, ਨੈੱਟ। ਠੀਕ ਹੈ ਨਾ। ਸਬਸਿਡੀ ਨਹੀਂ ਹੋਊਗੀ। ਨਹੀਂ, ਦੇਖੋ ਸਬਸਿਡੀ ਕੀ ਹੁੰਦੀ ਹੈ, ਦੇਖੋ ਧਿਆਨ ਨਾਲ ਦੇਖਦੇ ਹਾਂ। ਸਬਸਿਡੀ ਹੁੰਦੀ ਹੈ ਜੋ ਪੈਸਾ ਮੇਰੇ ਕੋਲ ਆਇਆ ਪਲੱਸ ਵਾਲਾ, ਟੈਕਸ ਹੁੰਦਾ ਜੋ ਪੈਸਾ ਮੇਰੇ ਕੋਲ ਗਿਆ ਮਾਈਨਸ ਵਾਲਾ। ਅਸਲ 'ਚ ਨਾ ਮੁੱਦਾ ਇਹ ਹੈ, ਮੁੱਦਾ ਮਾਈਨਸ ਪਲੱਸ ਦਾ ਨਹੀਂ ਹੈ, ਮੁੱਦਾ ਹੈ ਡਿਫਰੈਂਸ ਦਾ। ਬਸ ਚਾਹੇ ਟੈਕਸ ਜ਼ਿਆਦਾ ਤਾਂ ਟੈਕਸ 'ਚੋਂ ਘਟਾ ਦਿਓ, ਮੁੱਦਾ ਡਿਫਰੈਂਸ ਦਾ। ਕਾਹਦਾ ਮੁੱਦਾ, ਸਾਈਨ ਦਾ ਫਰਕ ਤਾਂ ਪਊਗਾ। ਫਿਰ ਸਾਈਨ ਮਾਈਨਸ ਦਾ ਆ ਜਾਊਗਾ। ਕਾਹਦਾ ਆ ਜਾਊਗਾ, ਮਾਈਨਸ 'ਚ। ਜੇ ਟੈਕਸ ਜ਼ਿਆਦਾ ਤਾਂ, ਜੇ ਆ ਜ਼ਿਆਦਾ ਤਾਂ ਪਲੱਸ ਦਾ ਆ ਜਾਊਗਾ। ਠੀਕ ਹੈ। ਜਿੱਦਾਂ ਮਤਲਬ ਅਸੀਂ ਪਹਿਲਾਂ ਜਿੰਨੀ ਵਾਰ ਵੀ ਕਿਤੇ ਟੈਕਸਿਸ 'ਚ ਸਬਸਿਡੀ ਮਾਈਨਸ ਕੀਤੀ ਹੈ, ਜੇ ਅਸੀਂ ਸਬਸਿਡੀ 'ਚ ਟੈਕਸ ਮਾਈਨਸ ਕਰਾਂਗੇ ਤਾਂ ਸਾਈਨ ਦਾ ਡਿਫਰੈਂਸ ਆਊਗਾ। ਅਮਰੀਕਾ 'ਚ ਵੀ ਇਹ ਕੀਤਾ, ਸਬਸਿਡੀ ਮਾਈਨਸ ਟੈਕਸ ਕਿ ਟੈਕਸ ਮਾਈਨਸ ਸਬਸਿਡੀ? ਟੈਕਸ ਮਾਈਨਸ ਸਬਸਿਡੀ। ਅੱਛਾ, ਕਿਉਂਕਿ ਸਬਸਿਡੀ ਹਮੇਸ਼ਾ ਟੈਕਸਿਸ ਨਾਲ ਘੱਟ ਹੀ ਹੁੰਦੀ ਹੈ। ਉਹ ਫਿਰ ਇਹ ਲਾ ਸਕਦੇ ਹੋ, ਇਹ ਵੀ ਲਾ ਸਕਦੇ ਹੋ। ਦੇਖੋ ਚਲੋ ਫਿਰ ਇਹ ਵੀ ਠੀਕ ਹੈ ਤੁਹਾਡਾ। ਇੱਥੇ ਕੀ ਲਿਖਿਆ ਹੈਗਾ, ਵੋਈ ਡਿਡਕਟ ਦੀ ਵੈਲਿਊ ਆਫ ਟੈਕਸਿਸ ਦੀ ਵੈਲਿਊ ਤਾਂ ਘਟਾਉਣੀ ਹੈ ਡੋਮੈਸਟਿਕ ਪ੍ਰੋਡਕਟ ਦੇ ਵਿੱਚੋਂ ਐਟ ਮਾਰਕੀਟ ਪ੍ਰਾਈਸ। ਇਹ ਕਹਿ ਰਿਹਾ। ਤੁਸੀਂ ਇਹਨਾਂ ਨੂੰ ਐਂ ਕਰੋ ਹੀ ਨਾ, ਤੁਸੀਂ ਬੇਸਿਕ ਹੀ ਰੱਖ ਲਓ। ਡੋਮੈਸਟਿਕ ਪ੍ਰੋਡਕਟ ਮਾਰਕੀਟ ਪ੍ਰਾਈਸ ਦੇ ਵਿੱਚ ਜੋ ਸਬਸਿਡੀ ਆ ਉਹ ਜੋੜਨੀ ਹੈ, ਟੈਕਸਿਸ ਘਟਾਉਣੇ ਆ, ਸਬਸਿਡੀ ਜੋੜਨੀ। ਬਸ ਆਹ ਮੁੱਦਾ ਹੈ। ਠੀਕ ਹੈ। ਅੱਗੇ ਦੇਖਦੇ ਹਾਂ। ਹੁਣ ਆਪਾਂ ਜੇ ਗੱਲ ਕਰੀਏ, ਰਿਲੇਟ ਕਰੀਏ ਆਪਾਂ ਇਹਨਾਂ ਨੂੰ। ਮੈਂ ਤੁਹਾਨੂੰ ਕੀ ਕਹਿ ਗਿਆ ਵੀ ਟੈਕਸ ਘਟਾਉਣੇ ਆ। ਟੈਕਸ ਕੀ ਕਰਨੇ, ਮਾਈਨਸ। ਕਾਹਦੇ 'ਚੋਂ ਕਰਨੇ ਆ, ਮਾਰਕੀਟ ਪ੍ਰਾਈਸ ਵਾਲੀ 'ਚੋਂ। ਜਦੋਂ ਮਾਈਨਸ ਕਰ ਦੋਗੇ ਤਾਂ ਕੀ ਆ ਜਾਊਗਾ, ਫਿਰ ਫੈਕਟਰ ਕੋਸਟ ਆ ਜਾਊਗਾ। ਡਨ। ਠੀਕ ਹੈ। ਜੇ ਆਪਾਂ ਮਾਰਕੀਟ ਪ੍ਰਾਈਸ ਦਾ ਕੱਢ ਲਈਏ ਤਾਂ ਬੇਸਿਕਲੀ ਟੈਕਸ ਇੱਧਰ ਲੈ ਜਾਵਾਂਗੇ ਆਪਾਂ। ਇਹ ਹੋ ਗਿਆ ਡਨ। ਇਸੇ ਤੋਂ ਬਣ ਗਿਆ ਇਹ। ਇਸੇ ਤੋਂ ਇੱਕ ਹੋਰ ਬਣਾ ਲਓ, ਜੇ ਤੁਸੀਂ ਇਕੱਲਾ ਟੈਕਸ ਬਣਾਉਣਾ ਚਾਹੋਗੇ ਆ ਜਾਊਗਾ। ਠੀਕ ਹੈ ਨਾ। ਅੱਗੇ ਦੇਖਦੇ ਹਾਂ। ਅਨਮੈਰੀਕਲ ਤਾਂ ਹੈ ਨਹੀਂ ਐਡੀ ਗੱਲਬਾਤ। ਠੀਕ ਹੈ। ਡੋਮੈਸਟਿਕ ਪ੍ਰੋਡਕਟ ਚਾਹੇ ਕੋਈ ਵੀ ਹੋਵੇ, ਚਾਹੇ ਉਹ ਗਰੋਸ ਹੋਵੇ, ਚਾਹੇ ਉਹ ਨੈੱਟ ਹੋਵੇ, ਚਾਹੇ ਉਹ ਗਰੋਸ ਹੋਵੇ, ਚਾਹੇ ਉਹ ਨੈੱਟ ਹੋਵੇ, ਬਸ ਕੀ ਹੋਣਾ ਚਾਹੀਦਾ, ਡੀਪੀ ਦੇ ਪੈਰ 'ਚ ਕੀ ਹੋਵੇ, ਐਮਪੀ। ਜੇ ਤੁਸੀਂ ਉਹਦੇ ਵਿੱਚੋਂ ਟੈਕਸ ਘਟਾਤੇ ਤਾਂ ਤੁਹਾਡੇ ਕੋਲ ਕੀ ਆ ਜਾਊਗਾ, ਫੈਕਟਰ ਆ ਜਾਊਗਾ। ਕੀ ਆ ਜਾਊਗਾ ਤੁਹਾਡੇ ਕੋਲ, ਨੈਸ਼ਨਲ ਦੇ ਨਾਲ ਐਮਪੀ ਹੁੰਦੇ ਨਹੀਂ, ਨੈਸ਼ਨਲ ਦੇ ਨਾਲ ਕੀ ਹੁੰਦਾ, ਐਫਸੀ। ਠੀਕ ਹੈ। ਜੇ ਆਪਾਂ ਨੂੰ ਇੰਡਾਇਰੈਕਟ ਟੈਕਸ ਨਹੀਂ ਦਿੱਤੇ, ਜੀਐਸਟੀ ਦਿੱਤੀ, ਫਿਰ ਜੀਐਸਟੀ ਮਾਈਨਸ ਸਬਸਿਡੀ। ਹਾਂ, ਜੀਐਸਟੀ ਘਟਾਵਾਂਗੇ ਆਪਾਂ। ਠੀਕ ਹੈ। ਹੁਣ ਆਪਣੇ ਕੋਲ ਕੀ ਆ ਗਿਆ, ਡੋਮੈਸਟਿਕ ਪ੍ਰੋਡਕਟ ਆ ਗਿਆ ਜੀ ਐਟ ਫੈਕਟਰ ਕੋਸਟ। ਚਾਹੇ ਉਹ ਡੋਮੈਸਟਿਕ ਪ੍ਰੋਡਕਟ ਜੀ ਹੈ, ਚਾਹੇ ਉਹ ਐਨ ਹੈ। ਇਹ ਜਦੋਂ ਵੀ ਡੀ ਹੋਊਗਾ ਉਦੋਂ ਐਮਪੀ ਲੱਗੂਗਾ। ਡੋਮੈਸਟਿਕ ਦੇ ਲਈ ਐਮਪੀ ਲੱਗੂਗਾ ਤੇ ਨੈਸ਼ਨਲ ਦੇ ਲਈ ਐਫਸੀ ਲੱਗੂਗਾ। ਨੈਸ਼ਨਲ 'ਚ ਕਿਉਂਕਿ ਆਪਾਂ ਫੈਕਟਰ ਕੋਸਟਾਂ ਹੀ ਕਰਦੇ ਹਾਂ ਇਕੱਲੀਆਂ, ਐਮਪੀ ਤਾਂ ਆਪਾਂ ਕਰਦੇ ਨਹੀਂ। ਨੈਸ਼ਨਲ 'ਚ ਆਪਾਂ ਇਕੱਲੀ ਫੈਕਟਰ ਕੋਸਟ ਦੀ ਗੱਲ ਕਰਦੇ ਹਾਂ। ਠੀਕ ਹੈ। ਟੈਕਸ ਘਟਾਉਣਾ ਚਾਹੇ ਕੋਈ ਹੋਵੇ, ਜੀਐਸਟੀ ਹੋਵੇ ਚਾਹੇ। ਅੱਗੇ ਦੇਖਦੇ ਹਾਂ ਆਪਾਂ। ਹੁਣ ਆਪਣੇ ਕੋਲ ਹੋਰ ਆ ਗਿਆ ਥੋੜ੍ਹਾ ਜਿਹਾ, ਇਹ ਕਾਫੀ ਕਨਫਿਊਜ਼ਿੰਗ ਜਿਹਾ ਆ ਗਿਆ ਸਿਸਟਮ। ਸਾਰਿਆਂ ਨੂੰ ਪਹਿਲਾਂ ਅਸੀਂ ਸਿੱਖਾਂਗੇ ਜੀ GDP ਐਟ MP। ਇਹ ਕੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਹੈ। ਉਸ ਪ੍ਰੋਡਕਟ ਦੀ ਜਿਹੜੀ ਐਂ ਕਹਿ ਲਓ ਵੀ ਕਿੰਨਾ ਪ੍ਰੋਡਕਟ ਹੈ, ਮਾਰਕੀਟ ਦੀ ਵੈਲਿਊ ਕੀ ਹੈ, ਮਾਰਕੀਟ ਦੇ ਵਿੱਚ ਕੀ ਵੈਲਿਊ ਹੈ। ਠੀਕ ਹੈ। GDP ਐਟ MP।
ਹੁਣ ਆਪਾਂ ਇੱਥੋਂ ਨਿਚੋੜ ਲਿਖਦੇ ਹਾਂ ਸਾਰਾ। ਕਹਿੰਦਾ ਇਹ ਮਾਰਕੀਟ ਵੈਲਿਊ ਹੁੰਦੀ ਹੈ। MP ਆ ਗਿਆ ਨਾ, MP ਇਹ ਮਾਰਕੀਟ ਵੈਲਿਊ ਹੈ ਕਾਹਦੀ? ਗੁੱਡਸ ਦੀ। ਗੁੱਡਸ ਦੀ ਵਿਦਿਨ ਦਾ ਆ ਵਰਡ ਕੀ ਹੈ? ਡੀ, ਡੋਮੈਸਟਿਕ ਵਿਦਿਨ ਦਾ ਟੈਰੀਟਰੀ ਆਫ ਮਾਈ ਕੰਟਰੀ ਜਾਂ ਇਹ ਕੰਟਰੀ। ਠੀਕ ਹੈ। ਇੱਕ ਗੱਲ ਯਾਦ ਰੱਖਣੀ ਹੈ, ਇਹਦੇ ਵਿੱਚ ਡੈਪਰੀਸੀਏਸ਼ਨ ਆਲਰੇਡੀ ਹੈ। ਡੈਪਰੀਸੀਏਸ਼ਨ ਇਨਕਲੂਸਿਵ ਆਫ ਡੈਪਰੀਸੀਏਸ਼ਨ, ਇਹਦੇ ਵਿੱਚ ਡੈਪਰੀਸੀਏਸ਼ਨ ਹੈਗੀ ਹੈ। ਸਮਝਦੇ ਆਪਾਂ ਗੱਲ ਕੀ ਹੈ? ਤੇ ਇੱਕ ਵਰਡ ਹੁੰਦਾ ਮੇਰੇ ਕੋਲੇ ਨੈਟ, ਡੋਮੈਸਟਿਕ ਪ੍ਰੋਡਕਟ ਐਟ MP। ਇਹਦੇ ਵਿੱਚ ਡੈਪਰੀਸੀਏਸ਼ਨ ਹੈ ਨਹੀਂ, ਇਹਦੇ ਵਿੱਚ ਹੈ ਨਹੀਂ। ਸਮਝਦੇ ਆਪਾਂ ਗੱਲ ਕੀ ਹੈ? ਇਹਦਾ ਤਾਂ ਮਤਲਬ ਇਹ ਹੋ ਗਿਆ ਵੀ ਜੇ ਮੈਂ GDP MP ਦੀ ਗੱਲ ਕਰਾਂ ਤਾਂ ਇਹਦੇ ਡੈਪ ਹੈਗੀ ਹੈ। GDP ਐਟ MP 'ਚ ਡੈਪ ਹੈਗੀ ਹੈ, ਮਤਲਬ ਇਹਦੇ ਵਿੱਚ ਡੈਪ ਹੈ। ਚੱਕੋ ਡੈਪ ਹੈ। ਕਿਹਦੇ ਵਿੱਚ ਜੋੜਨੀ ਹੈ ਅਸਲ 'ਚੋਂ ਡੈਪ? ਆਪਾਂ NDP 'ਚ। ਕਿਹਦੇ ਵਿੱਚ ਜੋੜਨੀ ਆਪਾਂ? ਆਹ ਫਾਰਮੂਲਾ ਧਿਆਨ 'ਚ ਰੱਖਣਾ ਪਊਗਾ। ਠੀਕ ਹੈ। ਯਾਨੀ ਕਿ G = ਰਹੂਗਾ ਤੁਹਾਡਾ N + ਡੈਪ। ਹੋ ਗਿਆ। ਇੱਥੋਂ ਹੁਣ ਆਪਾਂ N ਦਾ ਬਣਾ ਲਾਂਗੇ। N ਦਾ ਕੀ ਬਣ ਜਾਊਗਾ? G - ਡੈਪ। ਠੀਕ ਹੈ। ਨੈਟ ਬਰਾਬਰ ਹੈ ਗ੍ਰੋਸ ਮਾਈਨਸ ਡੈਪ। ਹੁਣ ਆਪਾਂ ਗੱਲ ਕਰਾਂਗੇ DP ਹੋ ਗਿਆ। ਹੁਣ ਆਪਾਂ ਗੱਲ ਕਰਾਂਗੇ NP ਦੀ। NP ਵੀ ਦੋ ਤਰ੍ਹਾਂ ਦਾ, ਇੱਕ G ਇੱਕ N। ਨੈਟ ਨੈਸ਼ਨਲ ਪ੍ਰੋਡਕਟ। ਗੱਲ ਕਰਾਂਗੇ ਇਹਨਾਂ ਦੀ ਆਪਾਂ ਮਾਰਕੀਟ ਤੇ। ਕਿੱਥੇ ਗੱਲ ਕਰਾਂਗੇ? ਮਾਰਕੀਟ ਤੇ। KFC ਤੇ ਨਹੀਂ ਗੱਲ ਹੋਣੀ? ਉਹ ਬਾਅਦ ਚ ਕਰਾਂਗੇ। ਦੋਨਾਂ ਦੀ ਹੋ ਸਕਦੀ ਹੈ ਨਾ ਇਹ। ਠੀਕ ਹੈ, ਉਹ ਆਪਾਂ ਬਾਅਦ ਚ ਕਰਦੇ ਹਾਂ। ਤਾਂ ਕੀ ਹੈ ਬਾਈ, ਜੇ GNP ਹੈ ਤਾਂ ਇਹ ਨੈਸ਼ਨਲ ਹੈ। ਨੈਸ਼ਨਲ ਦਾ ਮਤਲਬ ਹੁੰਦਾ ਇਹਦੇ ਵਿੱਚ ਆ ਜਾਊਗਾ NFIA ਆ ਜਾਊਗਾ। ਕੀ ਆ ਜਾਊਗਾ? ਇਹਦਾ ਮਤਲਬ ਇਹ ਹੈ ਵੀ ਜੇ ਤੁਸੀਂ ਡੋਮੈਸਟਿਕ ਵਾਲੇ ਦੇ ਵਿੱਚ ਨਾ ਤੁਸੀਂ ਬਾਹਰਲਿਆਂ ਦੀ ਇਨਕਮ ਵੀ ਜੋੜ ਦਿਓਗੇ ਤਾਂ NP ਆ ਜਾਊਗਾ। ਡੋਮੈਸਟਿਕ ਵਾਲੇ ਦੇ ਵਿੱਚ ਜੇ ਤੁਸੀਂ ਬਾਹਰਲਿਆਂ ਦੀ ਇਨਕਮ ਜੋੜ ਦੋਗੇ ਤਾਂ NP ਆ ਜਾਊਗਾ, ਚਾਹੇ ਉਹ G ਹੈ ਚਾਹੇ ਉਹ NNP ਹੈ। ਆਹ ਹੋ ਗਿਆ ਕਲੀਅਰ ਤੁਹਾਡੇ? ਹੋ ਗਿਆ ਨਾ ਇਹ ਕਲੀਅਰ? ਹੁਣ ਆਪਾਂ ਗੱਲ ਕਰਾਂਗੇ ਫੈਕਟਰਸ ਕਾਸਟ ਦੀ। ਫੈਕਟਰ ਕਾਸਟ ਵੀ ਫਿਰ ਚਾਰ ਤਰ੍ਹਾਂ ਦੇ ਹੋਣਗੇ। ਦੋ ਤਾਂ ਹੋਣਗੇ DP ਵਾਲੇ ਤੇ ਦੋ ਹੋਣਗੇ NP ਵਾਲੇ। DP ਵਾਲੇ ਕਿਹੜੇ? G ਤੇ N। NP ਵਾਲੇ ਕਿਹੜੇ? G ਤੇ N। ਪੈਰ 'ਚ ਕੀ ਲਾ ਦੇਣਗੇ ਸਾਰਿਆਂ ਦੇ? FC ਲਾ ਦੇਣਗੇ। ਪਰ ਇੱਕ ਗੱਲ ਆ ਬਈ, ਜੇ ਆਪਾਂ ਗੱਲ ਕਰੀਏ ਨਾ ਫੈਕਟਰ ਕਾਸਟ ਬੇਸਿਕਲੀ ਹੁੰਦਾ ਕੀ ਹੈ? ਵਰਡ ਲੱਗਿਆ D। ਹਾਂ, ਵਰਡ ਕੀ ਲੱਗਿਆ? D ਮਤਲਬ ਮੇਰੀ ਟੈਰੀਟਰੀ ਦੇ ਵਿੱਚ ਮੇਰੀ ਟੈਰੀਟਰੀ ਦੇ ਵਿੱਚ ਫੈਕਟਰ ਮਤਲਬ ਕੀ ਖਰਚਾ ਹੋਇਆ ਉਹ ਸਮਾਨ ਬਣਾਉਣ ਤੇ। ਖਰਚਾ ਕੀ ਹੋਊਗਾ? ਦਿਹਾੜੀ ਹੋਊਗੀ EMPLOYE ਦੀ, ਕਿਰਾਇਆ ਹੋ ਗਿਆ, ਇੰਟਰਸਟ ਹੋ ਗਿਆ, ਤੇ ਇੱਕ ਹੋ ਗਿਆ ਪ੍ਰੋਫਿਟ ਜਾਂ ਇਹਨੂੰ ਐਂਟਰਪ੍ਰੇਨਿਓਰਸ਼ਿਪ ਵੀ ਸ਼ਾਇਦ ਕਹਿ ਦਿੰਦੇ ਆਪਾਂ। ਹੁਣ ਆਹ ਕੀ ਹੈ? G ਹੈ G। ਤੇ G 'ਚ ਕੀ ਇਨਕਲੂਡ ਹੁੰਦੀ ਹੈ? ਤਾਂ ਪਲੱਸ ਡੈਪ ਕਰ ਦਿਓ। ਪਲੱਸ ਕੀ ਕਰ ਦਿਓ? ਡੈਪ। ਠੀਕ ਹੈ। ਪਰ ਇਹਦੇ ਵਿੱਚ ਤਾਂ ਆਲਰੇਡੀ ਹਾਂ, ਆਲਰੇਡੀ ਇਨਕਲੂਡਡ ਹੀ ਹੈ ਫਿਰ ਆਹ। ਠੀਕ ਹੈ, ਇਨਕਲੂਸਿਵ ਡੈਪਰੀਸੀਏਸ਼ਨ ਹੈ ਇਹ। ਠੀਕ ਹੈ। ਹੁਣ ਚੱਕਰ ਕੀ ਪੈਂਦਾ, ਇਹਦੇ 'ਚ ਡੈਪ ਨਹੀਂ ਹੁੰਦਾ ਤਾਂ ਤੁਸੀਂ ਡੈਪ ਨਾ ਲਿਖੋ। ਇਹਦੇ ਵਿੱਚ ਤੁਸੀਂ ਕੀ ਲਿਖ ਦਿਓ? C ਲਿਖ ਦਿਓ, R ਲਿਖ ਦਿਓ, I ਲਿਖ ਦਿਓ, P ਲਿਖ ਦਿਓ, ਇੱਕ ਤਾਂ ਲਿਖ ਲਓ। ਹੋਰ ਤੁਸੀਂ ਪਤਾ ਕੀ ਲਿਖ ਸਕਦੇ ਹੋ ਇਹਦੇ ਵਿੱਚ? ਇਹ ਤੁਸੀਂ ਆਹ ਲਿਖ ਸਕਦੇ ਹੋ, ਇਹਦੇ ਵਿੱਚੋਂ ਡੈਪ ਘਟਾਤਾ। ਠੀਕ ਹੈ। ਇਹ ਵਾਲੀ ਵੈਲਿਊਜ਼ ਐਡ ਕਰਕੇ ਉਸ ਤੋਂ ਬਾਅਦ ਵੀ ਡੈਪਰੀਸੀਏਸ਼ਨ ਮਾਈਨਸ ਕਰਨੀ ਹੈ? ਨਹੀਂ, ਦੇਖੋ ਆਹ ਕੀ ਲਿਖਿਆ ਆਪਾਂ, ਇਹ ਤਾਂ ਆਪਾਂ ਸਿੱਧਾ ਫਾਰਮੂਲਾ ਲਾ ਲਿਆ। ਦੇਖੋ NDP ਐਟ FC ਦਾ, ਇਹਦੇ ਚਾਰ ਚੀਜ਼ਾਂ ਜੋੜਨੀਆਂ। ਇਹਦੇ ਡੈਪਰੀਸ਼ਨ ਹੈ ਹੀ ਨਹੀਂ, ਲਾ ਹੀ ਨਹੀਂ ਰਹੇ। ਪਰ ਚੱਕਰ ਇਹ ਹੈ ਵੀ ਜੇ ਮੈਂ GDP ਤੋਂ ਕੱਢੂੰਗਾ ਨਾ, GDP 'ਚ ਡੈਪ ਹੋਊਗੀ ਤਾਂ ਮੈਨੂੰ ਡੈਪ ਘਟਾਉਣੀ ਪਊਗੀ। ਇਹ ਆ ਗਿਆ। ਠੀਕ ਹੈ। ਇਹ ਉਦੋਂ ਹੋਊਗਾ ਜਦੋਂ ਆਪਾਂ ਨੂੰ GDP ਗਿਵਨ ਹੈ। ਆਪਾਂ ਨੂੰ ਆਹੀ ਦਿੱਤਾ ਹੁੰਦਾ ਜ਼ਿਆਦਾਤਰ, ਤਾਂ ਕਰਕੇ ਲਿਖਿਆ। ਠੀਕ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਭਾਈ
ਆ ਹੋ ਗਿਆ ਆਪਣਾ ਡਰਨਾ ਇਹ। ਠੀਕ ਹੈ, ਹੁਣ ਇਸੇ ਫਾਰਮੂਲੇ ਤੋਂ ਨਾ ਤੁਸੀਂ ਇਸੇ ਤੋਂ GDP ਦਾ ਬਣਾ ਲਓ, GDP ਐਫ ਦਾ ਡੈਪ ਉੱਧਰ ਜਾਵੜੀ, ਬਸ ਇਸੇ ਤੋਂ ਆ ਬਣ ਗਿਆ। ਠੀਕ ਆ, ਆਹ ਦੋ ਚੀਜ਼ਾਂ ਆ ਗਈਆਂ। ਹੁਣ ਇਹਨਾਂ ਤੇ ਆਉਣੇ ਆ। ਇਹਨਾਂ 'ਚ ਆਪਾਂ ਕੀ ਕੁਛ ਨਹੀਂ ਕਰਨਾ ਹੁੰਦਾ। ਆਪਾਂ ਜੇ ਜੀ ਹੈ ਤਾਂ ਇੱਥੇ ਜੀ ਪਾ ਲਓ, ਇੱਥੇ ਐਨ ਹੈ ਤਾਂ ਇੱਥੇ ਡੀ ਪਾ ਲਓ, ਇੱਥੇ ਪੀ ਪਾ ਲਓ, ਇੱਥੇ FC ਪਾ ਲਓ। ਜੋੜਾਂਗੇ ਕੀ? ਬਾਹਰਲੇ ਦੀ ਇਨਕਮ ਕੀ ਜੋੜਾਂਗੇ ਆਪਾਂ? ਡਨ। ਹੁਣ ਇੱਧਰ ਕੀ ਕਰੀਏ ਆਪਾਂ? ਇੱਕ ਗੱਲ ਯਾਦ ਰੱਖਣੀ, ਇਹਦੇ ਵਿੱਚ ਪਤਾ ਕੀ ਹੈ? ਇਹਦੇ ਵਿੱਚ ਕੌਣ ਬੈਠਾ ਹੈ? ਇਹਦੇ ਵਿੱਚ ਡੈਪ ਬੈਠਾ। ਡੈਪ ਕੌਣ ਬੈਠਾ ਇਹਦੇ ਵਿੱਚ? ਡੈਪ। ਠੀਕ ਹੈ, ਤੇ ਹੁਣ ਜੇ ਆਪਾਂ ਇਹਦੇ ਨਾਲ ਰਿਲੇਟ ਕਰੀਏ ਇਹਨੂੰ NNP ਦੇ ਨਾਲ, NNP 'ਚ ਪਤਾ ਆਪਾਂ ਆਹ ਲਿਖ ਲਾਂਗੇ, ਜਾਂ ਤਾਂ ਮੈਂ ਕਹਿ ਦੂੰਗਾ ਬਈ NDP 'ਚ ਜੋੜ ਦੇ ਸਿੱਧੀ NFI ਹੈ। ਜੇ ਮੈਂ NNP ਦੇ ਜਿਹੜੇ ਪੰਗੇ ਆ ਉਹ ਕਾਹਦੇ ਨਾਲ ਲੈਣਾ ਚਾਹਾਂ, ਹੋਰ ਕਿਸੇ ਨਾਲ ਰਿਲੇਟ ਕਰਕੇ ਜੇ ਦੇਖ ਲਓ। ਫਿਰ ਪਹਿਲਾਂ ਨਾ ਇੱਕ ਵਾਰੀ ਇਕੱਲੀ NDP ਦੀ ਵੈਲਿਊ ਭਰਦੇ ਆ। NDP ਕੀ ਹੁੰਦੀ ਹੈ? ਇੱਥੋਂ ਸਿੱਖਿਆ ਸੀ CRIP ਪਲੱਸ NFI ਹੋ ਜਾਊਗਾ। ਨਹੀਂ, ਕਾਰਨ ਕੀ ਹੈ? ਇਹ D ਹੈ, D। ਕੋਈ ਪਲੱਸ NFI ਕਰਤਾ ਤਾਂ ਹੀ ਨੈਟ ਨਿਕਲੂਗਾ। ਨੈਟ ਨਹੀਂ, ਨੈਸ਼ਨਲ। ਇਹ ਨਹੀਂ, ਯਾ ਨੈਸ਼ਨਲ। ਇਹ ਡੋਮੈਸਟਿਕ ਹੈ ਨਾ, ਇਹਦੇ 'ਚ NFI ਨਹੀਂ ਜੋੜ ਰਹੇਗਾ ਆਪਾਂ ਹਜੇ। NNPFC ਫਾਈਂਡ ਕਰਨੇ। NNP ਨਹੀਂ, NDP। ਅੱਛਾ, NDP ਦਾ ਆਪਾਂ ਆਲਰੇਡੀ ਲਿਖਿਆ ਹੋਇਆ ਸੀ। ਆ ਦੇਖੋ, ਤੁਸੀਂ ਕਿਹਾ ਸੀ ਨਾ ਕਿ ਇਹਦੇ ਲਈ ਆਪਾਂ ਇਹ ਵਾਲਾ ਫਾਰਮੂਲਾ ਯੂਜ਼ ਕਰਕੇ NDPFC ਦੀ ਹਾਂ, ਆਹ ਵਾਲੀ ਉਹ value ਬਿਲਕੁਲ ਆ ਸਹੀ ਹੈ, ਉਹ ਜਾਊਗੀ, ਬਿਲਕੁਲ plus ਸਹੀ ਹੈ। NFI ਹੋ ਜਾਊਗਾ। ਹਾਂ, ਜੇ ਆਪਾਂ NNP ਨੂੰ ਥੋੜਾ ਇਲੈਬੋਰੇਟ ਖੋਲ ਕੇ ਲਿਖਦੀ ਤਾਂ ਐਂ ਲਿਖ ਸਕਦੇ C + R plus I plus ਪਲੱਸ ਇਹ ਵੀ ਲਿਖ ਸਕਦੇ ਆਪਾਂ। ਠੀਕ ਹੈ, ਹੋਰ ਕੁਝ ਪੰਗਾ ਲਿਆ ਜਾਂਦਾ ਤਾਂ ਲੈ ਲਓ, ਇਹਦੇ ਨਾਲ ਕੁਝ ਹੋ ਸਕਦਾ ਤਾਂ GDP ਨਾਲ ਹੋ ਸਕਦਾ। ਹਾਂ, GDP ਨਾਲ ਹੋ ਸਕਦਾ ਹੈ। ਮੰਨ ਕੇ ਚੱਲੋ, ਪਹਿਲਾਂ ਆਪਾਂ ਰਿਪੀਟ ਉਹੀ ਮਾਰਦੇ ਹਾਂ। NDP at FC ਹੈ ਨਾ, ਮੰਨ ਕੇ ਚੱਲੋ ਇਹ ਆਹ ਕੀ ਸੀਗਾ? GDP at FC 'ਚੋਂ ਕੀ ਘਟਾ ਰਹੇ ਸੀ ਆਪਾਂ? ਡੈਪ। ਤੇ ਫਿਰ ਤੇ GDP at FC ਦੀ ਵੈਲਿਊ ਭਰ ਦਿਓ। GDP at FC ਕੀ ਹੁੰਦਾ ਸੀਗਾ? GDP at FC ਸੇ ਆਹੀ ਸਾਰੀ ਗੇਮ ਆਪਣੀ C + R + I + P। ਠੀਕ ਹੈ, ਤੇ ਵਿੱਚ ਕੀ ਜੁੜ ਰਿਹਾ ਸੀ? ਇਹਦੇ ਡੈਪ ਜੁੜ ਰਿਹਾ ਸੀਗਾ। ਤੇ ਫਿਰ ਮਾਈਨਸ ਕੀ ਹੋ ਜਾਊਗਾ ਇੱਥੋਂ? ਡੈਪ ਆ ਕੱਟਿਆ ਜਾਊਗਾ, ਯਾਨੀ ਕਿ ਆਹੀ ਆ ਗਿਆ ਇਹ। ਇਹ ਅਸੀਂ MP ਦੇ ਨਾਲ ਵੀ ਕਰ ਸਕਦੇ ਹਾਂ। ਕਿਹਦੇ ਨਾਲ? ਜੇ MP ਗਿਵਨ ਹੋਏ ਫਿਰ ਇਨਡਾਇਰੈਕਟ ਟੈਕਸਸ ਦੇ ਨਾਲ ਕਰ ਸਕਦੇ, ਸਾਰਿਆਂ ਨਾਲ ਹੀ ਰਿਲੇਟ ਹੋਊਗਾ। ਆਪਾਂ ਰਿਲੇਟ ਹੀ ਤਾਂ ਕਰ ਦੇਖਦੇ ਹਾਂ, ਉੱਥੇ ਤਾਂ ਆਪਾਂ ਉਲਝਾਂਗੇ। ਚੱਕਰ ਉਹ ਆ। ਠੀਕ ਆ, ਥੋੜਾ ਉਲਝਣ ਲੱਗ ਵੀ ਗਏ ਆਪਾਂ। ਹੁਣ ਅੱਗੇ ਦੇਖਦੇ ਹਾਂ। ਹੁਣ ਆਪਾਂ NNP ਦੀ ਗੱਲ ਕਰਦੇ ਹਾਂ ਇੱਕ ਵਾਰੀ ਦੁਬਾਰੇ। ਐਂ ਲੱਗੂਗਾ ਵੀ ਕੀਤਾ ਵੀ ਇਹਦੇ, ਨਹੀਂ ਵੀ ਕੀਤਾ, ਐਂ ਲੱਗਣ ਲੱਗ ਜਾਂਦਾ ਮੈਨੂੰ ਤਾਂ ਇਹ। ਹੁਣ NNP at FC ਕੀ ਹੈ ਬਈ? ਇੰਨੀ ਗੱਲ ਮੈਨੂੰ ਪੱਕਾ ਪਤਾ ਵੀ ਜੇ NP ਆ ਗਿਆ ਤਾਂ ਆਹ ਜੋੜ ਦੇ ਬਸ। ਆਹ ਜੋੜ ਇੱਕ ਵਾਰੀ। ਇਹ ਕਾਹਦੇ 'ਚ ਜੋੜਾਂ? ਮੈਂ ਜੋੜੂੰਗਾ ਇਹ NDP at FC 'ਚ। ਤੇ NDP at FC ਕੀ ਹੁੰਦੀ ਹੈ? C + I + P। ਆਹ ਹੁੰਦੀ ਹੈ ਮੇਰਾ। ਆਹ ਓਕੇ, ਕੰਮ ਹੋ ਗਿਆ ਇੱਕ ਵਾਰੀ। ਠੀਕ ਹੈ, NNP at FC ਹੋ ਗਿਆ। ਇਹ ਡਨ ਹੈ। ਇਹ ਇੰਨਾ ਇਸ 'ਚ ਹਜੇ MP ਵਗੈਰਾ ਦਾ ਰੋਲ ਨਹੀਂ ਆਇਆ। ਉਹ ਨਹੀਂ, ਆਪਾਂ ਹਜੇ ਟੱਚ ਨਹੀਂ ਕੀਤਾ, ਉਹ ਕਰਾਂਗੇ ਹੁਣ। ਆਪਾਂ ਵੇਹਣੇ ਆ, ਉਹ ਪੰਗੇ ਹਜੇ ਲੈਣੇ ਆ ਭਾਈ ਆਪਾਂ। ਉਹ ਪੰਗੇ ਵੱਡੇ ਥੋੜੇ ਜਿਹੇ। ਹੁਣ ਆਪਾਂ ਗੱਲ ਕਰਦੇ ਹਾਂ, ਇੱਥੇ ਲੈ ਲਿਆ ਪੰਗਾ। ਉਹ ਕਹਿੰਦਾ GDP at MP ਦੇ ਰੱਖੀ ਹੈ ਤੁਹਾਨੂੰ। ਆਹ ਤਾਂ ਪਹਿਲਾਂ G ਆ ਗਿਆ। G ਦਾ ਮਤਲਬ ਤਾਂ ਇਹ ਹੋਊਗਾ ਵੀ ਡੈਪਰੀਸੀਏਸ਼ਨ ਇਹਦੇ 'ਚ ਹੈ। ਇਹਦਾ ਮਤਲਬ ਇਹਦੇ 'ਚ ਡੈਪ ਹੈ। ਆ ਗਿਆ MP ਦਾ ਮਤਲਬ ਕੀ ਹੋਊਗਾ? FC ਤੇ ਇਨਡਾਇਰੈਕਟ ਟੈਕਸਸ ਹੈਗੇ ਆ। ਹਾਂ, ਉਹ ਚੀਜ਼ਾਂ ਵੀ ਹੈਗੀਆਂ। ਠੀਕ, ਤੁਸੀਂ ਇਹਦੇ ਤੋਂ ਤੁਸੀਂ ਜਾਣਾ ਚਾਹੁੰਦੇ ਹੋ ਕਿੱਧਰ ਨੂੰ? ਨਹੀਂ, ਤੁਸੀਂ ਇੱਦਾਂ ਜਾਓ। ਜਸਨੂਰ ਮੈਨੂੰ ਦੇ ਦਿਓ ਬਈ, ਕਿਹੜਾ ਚੈਪਟਰ ਆ ਤੁਹਾਡਾ? ਪਹਿਲੇ 5 ਚੈਪਟਰ ਮੈਮ ਨੇ ਕਰਾਤੇ, ਕੋਈ ਮਰਜ਼ੀ ਦਾ ਲੈ ਲਓ। ਤੁਸੀਂ ਖੋਲ ਕੇ ਦੇ ਦਿਓ, ਮੈਂ ਤੁਹਾਨੂੰ ਭੇਜ ਦਿੰਦਾ। 5ਵਾਂ ਖੋਲ ਲਓ ਚਾਹੇ। ਗ੍ਰੋਸ ਮਾਈਨਸ ਹੋਗੀ, ਤਾਂ ਦੇਖੋ। NFI ਐਡ ਹੋਊਗਾ ਤੇ NIT ਮਾਈਨਸ ਹੋਊਗਾ। ਨਹੀਂ, ਆਪਾਂ ਪਹਿਲਾਂ ਤਾਂ ਕੀ ਕਰਗੇ? ਇਹਦੇ ਡੈਪਰੀਸੀਏਸ਼ਨ ਹੈਗੀ ਆ, ਉਹਦੇ 'ਚ ਇਹਦੇ 'ਚ ਨਹੀਂ ਹੁੰਦੀ। ਡੈਪ Minus ਘਟਾ ਹੋ ਦਿਓ। ਗਈ। ਕੀ ਘਟਾ ਦਿਓ?
ਡੈਪ ਘਟਾ ਕੇ ਗੱਲ ਬਣਦੀ ਨਹੀਂ ਗੱਲਾਂ। NFI ਐਡ ਹੋ ਗਈ, NFI ਐਡ ਹੋਊਗੀ, ਠੀਕ ਹੈ। NIT ਮਾਈਨਸ ਹੋ ਗਈ, ਨੈਟ ਟੈਕਸ ਕੀ ਹੋਣਗੇ? ਮਾਈਨਸ। ਨੈਟ ਟੈਕਸ ਮਾਈਨਸ ਹੋਣਗੇ, ਠੀਕ ਹੈ। ਡਨ ਹੈ ਜਮਾ ਇਹ, ਠੀਕ ਹੈ। ਯਾਨੀ ਕਿ ਆਪਾਂ ਨੂੰ NNP ਕੱਢਣਾ ਆ ਗਿਆ ਕਿਹਦੇ ਤੋਂ? ਇਹਦੇ ਤੋਂ। ਇੱਥੇ ਵਧੀਆ ਫਾਰਮ 'ਚ ਲਿਖ ਲਓ NNP at FC, GDP at MP ਤੋਂ ਕੱਢਣਾ ਆ ਗਿਆ। ਅਸਲ 'ਚ GDP ਦਾ ਵਿਚਾਰਾ ਇੰਨਾ ਕੀ ਹੈ ਵੀ ਇਹਦੇ 'ਚ ਡੈਪ ਘਟਾਉਣੀ ਹੈ, ਪਰ ਇਹਦੇ ਮਸਲੇ ਹੈ ਨੈਸ਼ਨਲ ਦੇ। ਨੈਸ਼ਨਲ ਦਾ ਮਤਲਬ ਕੀ ਹੁੰਦਾ ਜੀ? ਪਲੱਸ NFI ਆਹ ਮਤਲਬ ਹੁੰਦਾ ਨੈਸ਼ਨਲ ਦਾ, ਪਲੱਸ NFI। ਆ ਕਰਤਾ, ਠੀਕ ਹੈ। ਬੇਸਿਕਲੀ ਆਹ ਪੰਗਾ ਕਿਉਂ ਕੀਤਾ? ਇਹਦੇ ਕਰਕੇ। ਆਹ ਪੰਗਾ ਨੈਸ਼ਨਲ ਕਰਕੇ ਕੀਤਾ। ਡਨ ਹੋ ਗਿਆ ਇੱਕ ਵਾਰੀ ਫਿਲਹਾਲ। ਇਹ NNP at FC ਕੱਢ ਰਹੇ ਹਾਂ ਆਪਾਂ। ਕਾਹਦੇ ਤੋਂ ਕੱਢ ਰਹੇ ਹਾਂ ਆਪਾਂ? GDP at MP ਤੋਂ। GDP at MP ਤੋਂ, ਠੀਕ ਹੈ। ਹੋਰ ਕੁਛ ਪੰਗਾ ਲੈ ਕੇ ਦੇਖ ਲਓ। ਆ ਬਸ ਹੋ ਗਿਆ, ਇੰਨਾ ਹੀ ਸੀ ਆ। ਬਸ ਅੱਗੇ ਰੀਅਲ ਤੇ ਉਹੀ ਅੱਗੇ ਰੀਅਲ ਤੇ ਨੋਮੀਨਲ। MP ਤੋਂ MP ਤੋਂ MP ਇੱਕ ਆ ਕਰ ਲਈਏ ਥੋੜਾ ਜਿਹਾ। GDP ਹੈ, ਇਹ ਦੇ ਰੱਖੀਏ ਤੁਹਾਨੂੰ MP ਦੀ, ਠੀਕ ਹੈ। ਤੁਸੀਂ GDP ਤੇ FC ਇਹਨੂੰ ਰਿਲੇਟ ਕਰਨਾ ਚਾਹੁੰਦੇ ਹੋ। ਦੇਖੋ ਦੋਨਾਂ 'ਚ ਡੈਪ ਉਹ ਤਾਂ ਕੋਈ ਲੈਣਾ ਦੇਣਾ ਨਹੀਂ, ਦੋਨੇ ਸੇਮ ਚੀਜ਼ਾਂ ਨੇ। ਬਸ ਇਹਦੇ ਵਿੱਚ ਕੀ ਆ ਜਾਊਗਾ? ਇਹਦੇ 'ਚ ਆ ਜਾਣਗੇ ਟੈਕਸ। ਯਾਨੀ ਕਿ ਜੇ ਮੈਂ ਇਹਦੇ ਵਿੱਚੋਂ ਟੈਕਸ ਘਟਾ ਦਿਆਂ ਤਾਂ ਆ ਜਾਊ ਇੱਕ ਆ ਚੀਜ਼ ਹੋ ਗਈ, ਠੀਕ ਹੈ। ਹੁਣ ਆਪਾਂ ਚਲੋ ਸਵਾਲ ਤੇ ਵੀ ਆਉਣੇ ਨਾਲ ਗਲਤੀਆਂ ਕਰਾਂਗੇ ਤਾਂ ਸਿੱਖਾਂਗੇ ਆਪਾਂ। NDP at FC ਦਿੱਤੀ ਹੈ ਬਾਈ ਆਪਾਂ ਨੂੰ। ਪਹਿਲਾਂ NDP at FC ਦਾ ਕੀ ਫਾਰਮੂਲਾ ਹੁੰਦਾ ਉਹ ਦੱਸੋ? ਗ੍ਰੋਸ ਮਾਈਨਸ ਡੈਪਰੀਸੀਏਸ਼ਨ। ਗ੍ਰੋਸ ਮਾਈਨਸ ਜੀ, ਕੱਲੀ NDP at FC ਦਾ ਹੈ ਨਹੀਂ ਕੁਝ? ਫਿਰ ਉਹੀ ਹੋ ਜਾਊਗਾ CI ਪਲੱਸ IR ਤੇ P ਵਗੈਰਾ ਜੋ ਵੀ ਹੈ, ਠੀਕ ਹੈ। ਉਹੀ ਹੁੰਦਾ ਨਾ ਮੇਨ ਤਾਂ ਇੱਕ ਤਾਂ ਇਹ ਦਿੱਤਾ, ਇੱਕ ਉਹਨੇ ਦਿੱਤੀ ਡੈਪ, ਠੀਕ ਹੈ। ਇੱਕ ਉਹਨੇ ਦਿੱਤੀ ਟੈਕਸ। ਦੇਖੋ ਉਹਨੇ ਵਰਡ ਯੂਜ਼ ਕੀਤਾ ਇਨਡਾਇਰੈਕਟ ਟੈਕਸ, ਮਤਲਬ ਨੈਟ ਨਹੀਂ ਹੈ ਇਹ, ਇਹਨਾਂ ਦੀ ਸੈਟਿੰਗ ਕਰਨੀ ਪਊਗੀ। ਇੱਕ ਉਹਨੇ ਦਿੱਤਾ ਸਬਸਿਡੀ, 100 ਆ ਜਾਊਗਾ। ਇਹਨਾਂ ਦਾ ਡਿਫਰੈਂਸ ਕਰ ਲਓ 100। ਟੈਕਸ ਵੱਡਾ ਹੈ ਤਾਂ ਟੈਕਸ ਜੇ ਵੱਡਾ ਹੋਵੇ ਤਾਂ ਪੋਜ਼ਿਟਿਵ ਲੈਣਾ, ਬਸ 100 ਰੁਪਏ ਆ ਗਿਆ। ਹੁਣ ਤੁਸੀਂ ਕੱਢਣ ਨੂੰ ਕੀ ਫਿਰਦੇ ਹੋ ਜੀ? GDP at MP। ਆ ਵਧੀਆ ਸਵਾਲ ਹੈ। ਦਿੱਤਾ ਕੀ ਹੈ? NDP at FC, ਜਾਣਾ ਕਿੱਧਰ ਹੈ? GDP at MP ਦੇ ਵਿੱਚ। ਇਹਦਾ ਮਤਲਬ ਡੈਪਰੀਸੀਏਸ਼ਨ ਪਲੱਸ ਹੋ ਜਾਊਗਾ। ਹਾਂ, ਡੈਪ ਜੁੜੂਗਾ, ਇਨਡਾਇਰੈਕਟ ਐਡ ਹੋ ਜਾਊ, ਮਤਲਬ ਨੈਟ ਐਡ ਹੋ ਨੈਟ ਟੈਕਸ ਕੀ ਹੋ ਜਾਣਗੇ? ਐਡ ਹੋ ਜਾਣਗੇ। ਕੀ ਹੋਣਗੇ? ਐਡ, ਠੀਕ ਹੈ। ਬੇਸਿਕਲੀ ਤੁਸੀਂ ਕੀ ਕਰ ਲਓ, GDP at MP ਦੇ ਵਿੱਚ ਤੁਸੀਂ ਕੀ ਕਰੋਗੇ? ਜਿਹੜਾ NDP at FC ਹੈ ਇਹ ਤਾਂ ਹੈਗਾ ਹੀ ਹੈਗਾ, ਪਰ ਮੈਨੂੰ ਚਾਹੀਦਾ ਗ੍ਰੋਸ ਵਾਸਤੇ ਮੇਰੇ ਕੋਲ ਲਿਆਉਣਾ ਪਊਗਾ ਡੈਪ। ਤੇ ਇੱਕ ਵਰਡ ਲਿਖੀ ਬੈਠਾ ਦਿਸ ਵਨ ਵਾਸਤੇ ਮੈਨੂੰ ਚਾਹੀਦੇ ਹੋਣਗੇ ਜੋ ਵੀ ਟੈਕਸ ਦਾ ਹਿਸਾਬ ਕਿਤਾਬ ਹੋ ਗਿਆ ਹੈ, ਠੀਕ ਹੈ। 14600 ਉਸ ਤੋਂ ਅੱਗੇ ਦੇਖਦੇ ਹਾਂ ਆਪਾਂ। ਹੁਣ ਦੇਖਦੇ ਹਾਂ NDP ਕੱਢਣੀ ਹੈ ਜੀ FC ਤੇ, ਠੀਕ ਹੈ। ਹੁਣ ਉਹਨੇ ਦਿੱਤਾ ਕਿ ਇੱਕ ਤਾਂ ਦਿੱਤੀ ਹੈ ਤੁਹਾਨੂੰ ਡੈਪ ਕੀ ਦਿੱਤੀ ਹੈ 16000। ਇੱਕ ਤੁਹਾਨੂੰ ਦੇਖਿਆ GNP ਦਿੱਤਾ ਫੈਕਟਰ ਤੇ, GNP ਕਾਹਤੇ ਦਿੱਤਾ? ਇਹਦਾ ਮਤਲਬ ਇਹਦੀ ਡੈਪ ਹੈਗੀ ਹੈ, ਮਾਈਨਸ ਕਰਨੀ ਪਊਗੀ ਡੈਪ। ਇੱਕ ਗੱਲ ਹੋਰ ਹੈ ਵੀ ਇਹਦੇ 'ਚ NFI ਇਹ ਵੀ ਕੁਛ ਹੈਗਾ, ਮਤਲਬ ਇਹਦੇ 'ਚ ਆਪਾਂ ਜੋੜਨਾ ਹੁੰਦਾ, ਠੀਕ ਹੈ। ਇਹ ਦਿੱਤੀ ਹੈ ਤੁਹਾਨੂੰ 42000। ਇਹ ਵੀ ਮਾਈਨਸ ਹੋਊਗੀ। NFI ਹੈਗੀ ਹੈ 600, ਸੌਰੀ ਫੈਕਟਰ ਇਨਕਮ ਫਰੋਮ ਅਬਰੋਡ, ਆ 2 ਅਬਰੋਡ ਹੈ। ਇਹਨਾਂ ਦਾ ਅੰਤਰ ਤਾਂ ਫਿਰ ਕਰਨਾ ਪਊ ਨਾ ਤੁਹਾਨੂੰ। ਇਹਨਾਂ ਦਾ ਅੰਤਰ ਕਿੰਨਾ ਆ ਗਿਆ? ਫਰੋਮ ਜ਼ਿਆਦੇ ਹੈ ਫਰੋਮ ਚ ਤਾਂ ਕਮਾਈ ਹੋਈ ਹੈ। ਫਰੋਮ ਚ 2 ਮਾਈਨਸ ਤੁਸੀਂ ਦੇਖਣਾ ਨਾ ਵੀ ਜੇ ਤਾਂ ਫਰੋਮ ਜ਼ਿਆਦੇ ਹੈ ਤਾਂ ਕਮਾਈ, ਜੇ 2 ਜ਼ਿਆਦੇ ਹੈ ਤਾਂ ਘੱਟ ਆ, ਜੇ ਕਮਾਈ ਹੈ ਤਾਂ ਪਲੱਸ, ਜੇ ਘੱਟ ਫਰੋਮ ਚ 2 ਮਾਈਨਸ ਕਰਦੇ 2 ਚ ਫਰੋਮ। ਨਹੀਂ, ਡਿਫਰੈਂਸ ਦੇਖਾਂਗੇ। ਦੇਖੋ ਇੱਕ ਪੈਸਾ ਮੈਨੂੰ ਆਇਆ, ਇੱਕ ਮੈਂ ਪੈਸਾ ਗਿਆ, ਮੇਰਾ ਪੈਸਾ ਆ ਹੈਗਾ ਮੰਨ ਕੇ ਚੱਲੋ 700, ਆ ਹੈਗਾ ਮੰਨ ਕੇ ਚੱਲੋ 900, ਕਰਨਾ ਦਾ ਡਿਫਰੈਂਸ ਹੀ ਹੈ। ਪਰ ਇੱਥੇ ਬੇਸਿਕਲੀ ਕੀ ਹੋ ਗਿਆ, ਇਹ ਮਤਲਬ ਸਾਡੀ ਕਮਾਈ ਘੱਟ ਹੈ ਉਹਨਾਂ ਨਾਲੋਂ, ਉੱਧਰ ਜ਼ਿਆਦਾ ਖਰਚਾ ਹੋਇਆ ਸਾਡਾ ਖਰਚਾ ਹੋਇਆ। ਖਰਚਾ ਕੀ ਹੋਇਆ? ਸਾਡਾ ਖਰਚਾ। ਇਹ ਮਾਈਨਸ 'ਚ ਬੋਲੂਗਾ,
ਨੈਸ਼ਨਲ ਇਨਕਮ ਟੂ ਅਬਰੋਡ ਚ ਐਕਸਪੋਰਟ ਹੁੰਦੇ ਇੰਪੋਰਟ ਹੁੰਦੇ ਆ। ਟੂ ਅਬਰੋਡ ਦਾ ਮਤਲਬ ਹੈ ਵੀ ਬਾਹਰ ਭੇਜ ਰਹੇ ਆ। ਕੀ ਭੇਜ ਰਹੇ ਆ? ਇਨਕਮ ਵਰਡ ਦੇਖੋ, ਇਹ ਵੀ avoid ਇਨਕਮ ਹੋਏ ਆ। ਦੇਖੋ, ਇਨਕਮ ਟੂ ਮਤਲਬ ਇੰਪੋਰਟ ਕੀਤੀ ਹੈ। ਕੀ ਕੀਤੀ ਹੈ? ਇੰਪੋਰਟ ਕੀਤੇ ਆਪਣਾ ਪੈਸਾ ਉੱਧਰ। ਇਨਕਮ ਫਰੋਮ ਕੀ ਹੋਊਗਾ ਵੀ ਐਕਸਪੋਰਟ ਕੀਤਾ ਹੈ। ਕੀ ਕੀਤਾ ਆਪਾਂ? ਐਕਸਪੋਰਟ। ਠੀਕ ਹੈ ਨਾ। ਹੁਣ ਆਪਾਂ ਦੇਖਦੇ ਹਾਂ ਬੇਸਿਕਲੀ ਆ ਕੀ ਆ ਗਿਆ। ਆਹ ਤਾਂ ਆਪਣਾ ਠੀਕ ਆ, ਆਮਦਨੀ ਜ਼ਿਆਦਾ ਆ, ਪਰ ਚੱਕਰ ਇਹ ਆ ਵੀ ਤੁਸੀਂ ਤਾਂ ਐਨ ਕੱਢਣੀ ਆ ਨਾ। ਐਨ ਦੇ ਵਿੱਚ ਤਾਂ ਹੁੰਦੀ ਨਹੀਂ ਇਹ ਚੀਜ਼। ਨੈਟ ਡੋਮੈਸਟਿਕ ਹੈ ਇਹ। ਕੀ ਹੈ ਇਹ? ਨੈਟ ਡੋਮੈਸਟਿਕ। ਠੀਕ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਜੇ ਆਪਾਂ ਕੀ ਕਰਾਂਗੇ। ਮਾਈਨਸ ਕਰਨਾ ਹੀ ਪਊਗਾ। ਹਾਂ, ਮਾਈਨਸ ਕਰਾਂਗੇ ਆਪਾਂ ਜੀਐਨਪੀ ਐਟ ਫੈਕਟਰ ਦੇ ਵਿੱਚੋਂ। ਹੁਣ ਜੀਐਨਪੀ ਐਟ ਫੈਕਟਰ ਦੇ ਵਿੱਚ ਆਲਰੇਡੀ ਡੈਪ ਹੈ। ਡੈਪ ਘਟਾ ਦਿਓ। ਠੀਕ ਹੈ ਬਈ। ਵੀ ਮਾਈਨਸ ਹੋਊਗੀ ਤੇ ਐਨਐਫਆਈਏ ਦੱਸੋ ਮਾਈਨਸ ਇੱਕ ਵਾਰੀ ਕਿਉਂ ਹੋਈ ਹੈ? ਐਨਐਫਆਈਏ ਮਾਈਨਸ ਕਿਉਂ ਕਰਤੀ? ਦਿਮਾਗ ਲਾ। ਡੋਮੈਸਟਿਕ ਟੈਰੀਟਰੀ। ਕਿਉਂਕਿ ਇਹਨੇ ਆ ਮੰਗਿਆ, ਡੀਪੀ ਮੰਗਿਆ ਇਹਨੇ ਤਾਂ। ਇਹਨੇ ਕਿਹੜਾ ਐਨਪੀ ਮੰਗਿਆ? ਬਾਹਰਲੇ ਦੀ ਇਨਕਮ ਵੀ ਗਈ। ਠੀਕ ਹੈ। ਸੋਚਣਾ ਵੀ ਇਹ ਮਾਈਨਸ ਕਰਨਾ ਪਲੱਸ ਕਰਨਾ। ਐਮਸੀਐਫਸੀ ਤਾਂ ਸੇਮ ਹੀ ਹੈ। ਹਾਂ, ਠੀਕ ਹੈ। ਬਸ ਇਹ ਹੋ ਗਿਆ। ਅਗਲਾ ਦੇਖਦੇ ਹਾਂ ਭਾਈ। ਤੁਸੀਂ ਲੱਭਣਾ ਜੀਡੀਪੀ ਐਟ ਐਫਸੀ। ਆ ਲੱਭਣਾ ਹੈ। ਤੁਹਾਨੂੰ ਦਿੱਤਾ ਹੋਇਆ ਜੀਐਨਪੀ ਐਟ ਐਮਪੀ ਦਿੱਤਾ ਆਪਾਂ ਨੂੰ 910। ਹੁਣ ਤੁਸੀਂ ਸੋਚੋ ਵੀ ਜੀਐਨਪੀ ਕੀ ਹੁੰਦੀ ਹੈ? ਨੈਸ਼ਨਲ ਹੁੰਦਾ ਮਤਲਬ ਇਹਦੇ 'ਚ ਨਾ ਐਨਐਫਆਈਏ ਹੈ ਕਿਹਦੇ ਚ? ਇਹਦੇ ਵਿੱਚ, ਹਾਂ ਤੇ ਜੀ ਹੈ। ਜੀ ਦਾ ਮਤਲਬ ਇਹਦੇ 'ਚ ਹੋਰ ਕੀ ਹੈ? ਡੈਪ ਵੀ ਹੈ ਇਹਦੇ 'ਚ। ਗ੍ਰੋਸ ਤਾਂ ਸੇਮ ਹੀ ਹੈਗੇ ਦੋਨਾਂ ਚ। ਹਾਂ, ਇਹਦੇ 'ਚ ਕੀ ਹੈ? ਹਾਂ, ਪਰ ਡੈਪ ਦੀ ਲੋੜ ਨਹੀਂ ਪੈਣੀ। ਸਮਝਦੇ ਹੋ? ਇਹਦੇ 'ਚ ਪਰ ਐਨ ਲਿਖਿਆ ਨਾ, ਤਾਂ ਇਹਦੇ 'ਚ ਐਨਐਫਆਈ ਹੈ। ਦੂਜੀ ਗੱਲ ਇਹਦੇ 'ਚ ਹੋਰ ਹੈਗੀ ਐਮਪੀ ਦੀ। ਸੋਚੋ ਇਹਦੇ 'ਚ ਮਤਲਬ ਹੋਰ ਕੀ ਹੈ ਜੀ? ਟੈਕਸ ਹੈ ਇਹਦੇ 'ਚ। ਕੀ ਹੈ ਇਹਦੇ 'ਚ? ਮਾਈਨਸ ਐਨਆਈਟੀ ਹੋਊਗਾ। ਨੈਟ ਟੈਕਸ ਇਹਦੇ 'ਚ ਹੈ। ਆਪਾਂ ਪਹਿਲਾਂ ਇਹ ਦੇਖ ਲਿਆ। ਠੀਕ ਹੈ। ਹੁਣ ਆਪਾਂ ਦੇਣੇ ਅੱਗੇ ਕੀ ਹੈ। ਇੱਕ ਵਰਡ ਲਿਖਿਆ ਕੰਜ਼ੰਪਸ਼ਨ ਆਫ ਫਿਕਸਡ ਕੈਪੀਟਲ। ਇਹ ਕਿੰਨਾ ਦਿੱਤਾ ਦੇਖਿਓ ਮਾੜਾ ਜਿਹਾ। ਇਹ ਡੈਪਰੀਸੀਏਸ਼ਨ ਇਹਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ। ਇਉਂ ਦਿੱਤੀ ਕਿੰਨੀ ਕਲਮ ਆਪਾਂ ਲਿਖ ਲਈ? 50 ਹਾਂ। ਹੋਰ ਕੀ? ਨੈਟ ਇਨਡਾਇਰੈਕਟ ਟੈਕਸ ਕਿੰਨਾ ਦਿੱਤਾ? 130 ਸਬਸਿਡੀ 60 ਐਨਐਫਆਈਏ -70। ਚਲੋ ਇਹ ਦੇਖਦੇ ਹਾਂ। ਕੰਜ਼ੰਪਸ਼ਨ ਆਫ ਫਿਕਸਡ ਕੈਪੀਟਲ ਦਾ ਮਤਲਬ ਇਹ ਹੋ ਗਿਆ ਵੀ ਜੋ ਉਹਦੀ ਫਿਕਸਡ ਕੈਪੀਟਲ ਸੀਗੀ। ਡੈਪਰੀਸੀਏਸ਼ਨ ਹੈ ਇਹ। ਡੈਪਰੀਸੀਏਸ਼ਨ ਨੂੰ ਦੂਜੇ ਨਾਮ। ਠੀਕ ਹੈ। ਇਹਦੀ ਜ਼ਰੂਰਤ ਹੀ ਨਹੀਂ ਹੈ। ਆਹ ਡੈਪ ਹੈ, ਇਹਦੀ ਲੋੜ ਨਹੀਂ। ਕਾਰਨ ਕੀ ਹੈ? ਜੀ ਤੋਂ ਜੀ 'ਚ ਹੀ ਜਾਣਾ ਆਪਾਂ ਤਾਂ। ਡੈਪ ਨੂੰ ਨਾ ਛੇੜੋ। ਸਬਸਿਡੀਜ਼ ਪਰ ਚੱਕਰ ਕੀ ਹੈ? ਇਹ ਐਨ ਹੈ। ਇਹਦੇ 'ਚ ਕੀ ਦਿੱਤੀ ਹੈ? ਐਨਐਫਆਈਏ ਆਲਰੇਡੀ ਹੈਗੀ ਹੈ। ਤੇ ਐਨਐਫਆਈਏ ਪਤਾ ਕਿੰਨੀ ਆਲਰੇਡੀ? -70 ਹੈ। ਇਹਦਾ ਮਤਲਬ ਤੁਸੀਂ ਇਹ ਘਟਾਉਣੀ ਸੀ, ਪਲੱਸ ਹੋ ਜੂਗੀ। ਪਰ ਇਹ ਮਾਈਨਸ ਹੋਣ ਕਰਕੇ ਕੀ ਹੋ ਜੂਗੀ? ਪਲੱਸ। ਡਨ ਹੈ ਇਹ। ਨੰਬਰ 2 ਤੇ ਦੇਖੋ। ਨੰਬਰ 2 ਤੇ ਪਤਾ ਕੀ ਦਿੱਤਾ ਬੰਦੇ ਨੇ? ਇਹਦੇ ਵਿੱਚ ਆ ਲਿਖਿਆ ਵਰਡ ਐਮਪੀ। ਕੀ ਲਿਖਿਆ ਵਰਡ ਇਹ? ਐਮਪੀ। ਮੈਨੂੰ ਤਾਂ ਐਮਪੀ ਚਾਹੀਦਾ ਨਹੀਂ, ਮੈਨੂੰ ਤਾਂ ਐਫਸੀ ਚਾਹੀਦਾ। ਮੈਨੂੰ ਟੈਕਸਾਂ ਦੀ ਲੋੜ ਨਹੀਂ, ਤਾਂ ਮੈਂ ਜੋ ਵੀ ਟੈਕਸ ਦਿੱਤੇ ਆ ਉਹ ਮਾਈਨਸ ਕਰੂੰਗਾ। ਮਾਈਨਸ ਕਰ ਦੂੰਗਾ 130। ਡੈਪ ਨੂੰ ਨਹੀਂ ਛੇੜਾਂਗੇ। ਆ ਡਨ ਹੈ। ਸਬਸਿਡੀਜ਼ ਦੀ ਜ਼ਰੂਰਤ ਹੀ ਨਹੀਂ ਹੈ। ਆ ਵੀ ਡਨ ਹੈ। ਸਬਸਿਡੀ ਦੀ ਲੋੜ ਨਹੀਂ, ਕਿਉਂਕਿ ਸਬਸਿਡੀ ਤੋਂ ਬਾਅਦ ਵਾਲੀ ਚੀਜ਼ ਤਾਂ ਦੇ ਰੱਖੀ ਆ ਅਗਲੇ ਨੇ। ਬਸ ਆਪਾਂ ਕੀ ਕਰਾਂਗੇ? ਆਪਾਂ 910 ਦੇ ਵਿੱਚੋਂ 130 ਘਟਾ ਦੇਵਾਂਗੇ ਤੇ 70 ਜੋੜ ਦੇਵਾਂਗੇ। ਹੋ ਗਿਆ। ਕੰਸੈਪਟ ਹੈ ਪੂਰਾ ਇਹਦੇ 'ਚ, ਇਕੱਲੇ ਫਾਰਮੂਲਾ ਬੇਸਡ ਨਹੀਂ ਹੁੰਦੇ ਇਹ। ਠੀਕ ਹੈ। ਪੂਰਾ ਕੰਸੈਪਟ ਹੈ ਭਾਈ ਇਹ। ਚਲੋ ਆਹ ਦੇਖਦੇ ਹਾਂ ਕੀ ਹੈ। ਕੈਲਕੂਲੇਟ ਦਾ ਜੀਡੀਪੀ ਐਟ ਐਮਪੀ। ਇਹ ਲੱਭਣੀ ਹੈ। ਦੇਖਦੇ ਪਹਿਲਾਂ ਦਿੱਤਾ ਕੀ ਹੈ? ਜੀਐਨਪੀ ਐਟ ਐਫਸੀ। ਇਹ ਕਿੰਨੀ ਹੈ? 600 ਤੇ ਡੈਪ ਕਿੰਨੀ ਹੈ? 30 30। ਫੈਕਟਰ ਇਨਕਮ ਰਿਸੀਵਡ ਫਰਮ ਅਬਰਾਡ 400 ਪੇਡ ਟੂ ਅਬਰੋਡ। 200 ਇਹਨਾਂ ਦਾ ਅੰਤਰ ਲਿਖਾਂਗੇ ਆਪਾਂ ਤਾਂ। NF ਐਨਐਫਆਈਏ ਕੀ? ਹਾਂ, ਐਨਐਫਆਈਏ ਕੀ ਹੈ? 200। ਨੈਟ ਇੰਟਰੈਕਟ ਕਿੰਨੇ? 40 ਇਹ ਇਹਨਾਂ ਨੇ ਆਪਾਂ ਨੂੰ ਐਨਐਫਆਈ ਦਿੱਤੀ ਹੈ। ਆ ਬਾਹਰੋਂ ਆਈ ਆ ਆਮਦਨ। ਅੱਛਾ 2 ਆ ਬਾਹਰਲੇ ਨੂੰ ਆਪਾਂ ਕਰਤੀ। ਅੰਤਰ ਕਿੰਨਾ? ਦਿੱਤੀ ਹੈ। ਆ ਫਰੋਮ ਹੈ, ਆ 2 ਹੈ। ਹਾਂ, ਅੰਤਰ ਕਿੰਨਾ ਆ ਗਿਆ? 200। ਕੁੱਲ ਮਿਲਾ ਕੇ ਐਨਐਫਆਈਏ 200 ਹੈ। ਹੁਣ ਆਪਾਂ ਵੇਖਦੇ ਆਪਾਂ ਕੱਢਣਾ ਕੀ ਹੈ। ਆਪਾਂ ਨੂੰ ਐਫਸੀ ਦੇ ਰੱਖਿਆ। ਡੈਪ ਦਾ ਤਾਂ ਕੋਈ ਲੈਣਾ ਦੇਣਾ ਹੀ ਹੈ ਨਹੀਂ, ਕਿਉਂਕਿ ਆ ਵੀ ਤਾਂ ਜੀ ਹੈ ਤੇ ਆ ਵੀ ਜੀ ਹੈ। ਇਹਨੂੰ ਨਾ ਛੇੜੋ। ਐਫਸੀ ਦਿੱਤਾ, ਐਮਪੀ ਕੱਢਣਾ। ਟੈਕਸ ਦੀ ਲੋੜ ਪਊਗੀ। ਪਲੱਸ ਐਨਆਈਟੀ ਹੋਊਗਾ। ਟੈਕਸ ਦੀ ਲੋੜ
ਪੈਣੀ ਹੈ। ਦੂਜੀ ਗੱਲ ਡੀ ਇੱਥੇ ਹੈ, ਇੱਥੇ ਐਨ ਹੈ, ਮਾਈਨਸ NFI ਮਾਈਨਸ ਕਰ ਦੂੰਗਾ NFI ਕਿਉਂਕਿ ਇਹ ਨੈਸ਼ਨਲ ਬਾਰੇ ਦੇ ਰੱਖਿਆ, ਮਾਈਨਸ ਕਰ ਦੂੰਗਾ। ਕਲੈਰਿਟੀ ਹੋ ਗਈ, ਬਸ ਇਹ ਹੋ ਗਿਆ। ਹੁਣ ਆਪਾਂ 600 ਦੇ ਵਿੱਚ ਟੈਕਸ ਹੈਗੇ ਸਾਡੇ 40 40 ਮਾਈਨਸ ਕਰ ਦਾਂਗੇ 200। ਡਨ ਹੋ ਗਿਆ। ਇਹ ਗਲਤ ਜਿਹਾ ਲੱਗਦਾ ਮੈਨੂੰ ਕਿ ਸਹੀ ਹੈ? 440 ਬਸ ਠੀਕ ਹੈ, ਇਹ ਵੀ ਹੋ ਗਿਆ। ਠੀਕ ਹੈ ਨਾ, ਅਗਲਾ ਦੇਖਦੇ ਹਾਂ। NNP ਐਟ MP ਕੱਢਣਾ ਦਿੱਤਾ ਕੀ ਹੈ? GDP ਐਟ FC ਦੇ ਰੱਖਿਆ, ਕਿੰਨਾ ਇਹ 3800 ਹੈ ਪੂਰਾ 3350 3850। ਨੈਟ ਇਨਵੈਸਟਮੈਂਟ 325 F ਫੈਕਟਰ ਇਨਕਮ ਫਰੋਮ ਅਬਰੋਡ 720 ਫਰੋਮ ਅਬਰੋਡ ਕਿੰਨੀ ਹੈ? 720। ਟੈਕਸ ਔਨ ਪ੍ਰੋਡਕਸ਼ਨ 720 ਇਹ ਵੀ 720। ਹੁਣ ਇੱਕ ਚੀਜ਼ ਦੇਖੋ ਵੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਆਹ ਕੀ ਚੀਜ਼ ਹੈ ਨੈਟ ਇਨਵੈਸਟਮੈਂਟ? ਇਹ ਉਹੀ ਹੈ ਨੈਟ ਤੇ ਗ੍ਰੋਸ। ਹਾਂ ਜੇ ਆਪਾਂ ਗ੍ਰੋਸ ਚੋਂ ਨੈਟ ਮਾਈਨਸ ਕਰਾਂਗੇ ਡੈਪ ਆ ਜਾਊਗਾ। ਚਲੋ ਆਹ ਚੀਜ਼ ਦੇਖ ਲਓ ਕੀ ਹੈ। ਆਹ ਨੈਟ ਆ ਗਿਆ ਆਪਣਾ ਸਾਰਾ। ਜੇ ਆਪਾਂ ਗ੍ਰੋਸ ਚੋਂ ਕੀ ਕਰਾਂਗੇ? ਇਨਵੈਸਟਮੈਂਟ ਚੋਂ ਨੈਟ ਘਟਾਵਾਂਗੇ ਤਾਂ ਡੈਪ ਆ ਜਾਊਗਾ। ਆਹ ਚੀਜ਼ ਦੇਖ ਲਿਓ। ਜੇ ਆਪਾਂ ਗ੍ਰੋਸ ਇਨਵੈਸਟਮੈਂਟ ਦੇ ਵਿੱਚੋਂ ਨੈਟ ਇਨਵੈਸਟਮੈਂਟ ਘਟਾ ਦੇਵਾਂਗੇ ਤਾਂ ਮੇਰੇ ਕੋਲ ਕੀ ਆ? ਇਹ ਡੈਪ ਦਾ ਫਾਰਮੂਲਾ ਇੱਥੇ ਯੂਜ਼ ਕਰਨਾ ਆਪਾਂ। ਹੁਣ ਗ੍ਰੋਸ ਇਨਵੈਸਟਮੈਂਟ ਕਿੰਨੀ ਦਿੱਤੀ ਆਪਾਂ ਨੂੰ? 525 ਇਹ ਕਿੱਥੇ ਦੇ ਰੱਖੀ ਆ? ਅੱਛਾ ਉਹ ਗਾਂ ਦਿੱਤੀ ਆ, ਮੈਂ ਵੀ ਕਿਹਾ ਦੂਰਾ ਕਿੱਥੋਂ। ਹੁਣ ਆ ਵੀ ਕੰਮ ਆਪਣਾ ਪੂਰਾ ਗਿਆ ਤਾਂ ਫਰੋਮ ਆ ਭਾਈ ਬਾਹਰੋਂ ਕਿੰਨੀ ਹੈ? 720। ਟੂ ਕਿੰਨੀ ਹੈ? 320। ਹੁਣ ਇਹਦਾ ਮਾਈਨਸ ਕਰਾਂਗੇ ਆਪਾਂ, ਕਿੰਨੇ ਆ ਗਏ ਇਹ? 300 400 ਆ ਗਿਆ। ਠੀਕ ਹੈ, ਸਾਡੀ ਡਿਪਰੀਸੀਏਸ਼ਨ ਹੈ। ਨਹੀਂ ਇਹ ਤਾਂ ਇਨਕਮ ਫਰੋਮ 720, ਇਨਕਮ ਟੂ 320, ਕੁੱਲ ਮਿਲਾ ਕੇ NFI ਕਿੰਨੀ ਆ ਗਈ? ਨਹੀਂ ਜਿਹੜੀ ਗ੍ਰੋਸ ਤੇ ਨੈਟ ਦੀ ਉਹ ਕਰਾਂਗੇ ਆਪਾਂ। ਦੇਖੋ ਆਪਾਂ ਨੂੰ ਨੈਟ ਇਨਵੈਸਟਮੈਂਟ ਕਿੰਨੀ ਦਿੱਤੀ? 325। ਗ੍ਰੋਸ ਇਨਵੈਸਟਮੈਂਟ ਕਿੰਨੀ ਦਿੱਤੀ ਉਹਨਾਂ ਨੇ? 525 ਦਿੱਤੀ ਗ੍ਰੋਸ, ਤੇ ਨੈਟ ਇਨਵੈਸਟਮੈਂਟ ਦਿੱਤੀ 325। ਮੈਂ ਇਹਨਾਂ ਦਾ ਮਾਈਨਸ ਕਰਕੇ ਕਰ ਦੂੰਗਾ ਡੈਪ। ਡੈਪ ਕਿੰਨੀ ਆ ਗਈ? 200, ਕਿਉਂਕਿ ਮੈਨੂੰ ਤਾਂ ਡੈਪ ਚਾਹੀਦੀ ਹੈ ਨਾ। ਸਬਸਿਡੀਆਂ ਦੇ ਰੱਖੀਆਂ ਨੇ 80 ਰੁਪਏ, ਟੈਕਸ ਦੇ ਰੱਖਿਆ 70 ਰੁਪਏ। ਤਾਂ ਟੈਕਸ ਨਹੀਂ, ਟੈਕਸ 720 ਹੈ ਯਾਰ, 720 70 ਨਹੀਂ ਸੌਰੀ 720 ਚੋਂ 80 ਕੱਢੇ, 20 ਕੱਢੇ 760 ਕੱਢੇ 640। ਜਿਹੜੇ ਆਪਣੇ ਨੈਟ ਟੈਕਸ ਨੇ ਉਹ ਬਣ ਗਏ 640। ਹੁਣ ਦੇਖੋ ਵੀ ਮੈਨੂੰ ਚਾਹੀਦੀ ਹੈ ਨੈਸ਼ਨਲ ਵਾਸਤੇ ਮੈਨੂੰ ਫੈਕਟਰ ਇਨਕਮ ਅਬਰੋਡ ਜੋੜਨੀ ਪਊ। ਨੈਟ ਟੈਕਸ ਕੀ ਕਰਨੇ ਪੈਣਗੇ? ਮਾਈਨਸ ਨਹੀਂ ਪਲੱਸ ਕਰਨੇ ਪੈਣਗੇ। ਕਰਨੇ ਪੈਣਗੇ, ਦੇਖੋ ਮੈਂ ਜਾਣਾ ਹੈ ਨੈਸ਼ਨਲ 'ਚ, ਠੀਕ ਹੈ। ਦੂਜੀ ਗੱਲ ਪ੍ਰੋਡਕਟ ਇਹ MP ਹੈ, ਕੀ ਹੈ ਇਹ? ਨੈਸ਼ਨਲ ਵਾਸਤੇ ਤਾਂ ਮੈਨੂੰ ਲਿਆਉਣੀ ਪਏਗੀ NFI ਪਲੱਸ 'ਚ, MP ਵਾਸਤੇ ਮੈਨੂੰ ਲਿਆਉਣੀ ਪਏਗੀ ਟੈਕਸ। ਡਨ। ਤੇ ਮਾਈਨਸ ਡਿਪਰੀਸੀਏਸ਼ਨ। ਹੁਣ ਦੇਖੋ ਆਹ G ਹੈ, ਮੈਂ ਕੱਢਣੀ N ਹੈ, ਤੇ ਇਹਦੀ ਤਾਂ ਡੈਪ ਵੀ ਹੈਗੀ ਹੈ, ਤੇ ਮੈਨੂੰ ਡੈਪ ਕੀ ਕਰਨੀ ਪਊ? ਘਟਾਉਣੀ ਪਊਗੀ। ਬਸ ਡਨ ਹੋ ਗਿਆ। 3850 ਚੋਂ ਆਹ ਸਾਰਾ ਕੁਝ ਕਰ ਦੋ। ਠੀਕ ਹੈ ਨਾ। ਚਲੋ ਵੀ ਇਹ ਸੀਗਾ ਅੱਜ